ਸ੍ਰੀ ਵਾਹਿਗੁਰੂ ਜੀ। ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ। ਤਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬਯਾਣਾ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿਖੋ ਨਯਣਾ। ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿਖੋ ਨਯਣਾ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਵਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ ਸੁਤ ਧਾਰਾ ਸਿਉ। ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਾਂਦੀ ਨੂਰ ਅਰਸਹੁ ਕੁਰਸਹੁ ਝਟਿਐ। ਤੁਧ ਡਿਠੇ ਸਚ
ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਟੋਡੇ ਮਹਲਾ ਪੰਜਵਾ। ਹਰ ਵਿਸਰਤ ਸਦਾ ਖੁਆਰੀ। ਤਾਂ ਕਉ ਧੋਖ ਕਹਾਂ ਵਿਆਪੈ। ਜਾ ਕਉ ਓਟ ਤੁਹਾਰੇ। ਹਰ ਵਿਸਰਤ ਸਦਾ ਖੁਆਰੀ। ਤਾ ਕਉ ਧੋਖ ਕਹਾਂ ਵਿਆਪੈ। ਜਾ ਕਉ ਓਟ ਤੁਹਾਰੇ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ। ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੈ। ਅੰਤ ਚਲੈ ਗੋਹਾਰੇ। ਗੁਣ ਨਿਧਾਨ ਗੁਣ ਤਿਨਹਿ ਗਾਏ। ਜਾ ਕਉ ਕਿਰਪਾ ਧਾਰੇ। ਸੋ ਸੁਖੀਆ ਧਨ ਉਸ ਜਨਮਾ। ਨਾਨਕ ਤਿਸ ਬਲਿਹਾਰੇ। ਗੁਣ ਨਿਧਾਨ ਗੁਣ ਤਿਨਹਿ ਗਾਏ। ਜਾ ਕੋ ਕਿਰਪਾ ਧਾਰੇ। ਸੋ ਸੁਖੀਆ ਧਨ ਉਸ ਜਨਮਾ। ਨਾਨਕ ਤਿਸ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ। ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ। ਜੈਸੇ ਸੱਚ ਮੈਂ ਰਹੋ ਰਜਾਈ। ਪਾਕ ਪਰਵਰਦਗਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ। ਅਸਮਾਦ ਜੈਸੇ ਕਲੀ ਕਾਲ ਦੇ ਪਤਤ ਜੀਵਾਂ ਦੇ ਉਧਾਰ ਕਰਤਾ ਮਿਹਰਬਾਨ ਜਗਤ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਸਤਿਗੁਰਾਂ ਦੇ ਪਰਮ ਪਿਆਰ 'ਚ ਪਰੋਤੀ ਹੋਈ ਗੁਰੂ ਰੰਗ 'ਚ ਰੰਗੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਵਿੱਚ ਨਤਮਸਤਕ ਹੋ ਕੇ ਆਪ ਜੀ ਨੇ ਸਤਿਗੁਰਾਂ ਦੀ ਰੱਬੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਹਨ। ਸ੍ਰੀ ਮੁਖ ਵਾਕ ਮਹਾਵਾਕ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ ਵਿਚਾਰਨ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ। ਰੋਮ ਰੋਮ ਕਰਕੇ ਸਤਿਗੁਰਾਂ ਦਾ ਸ਼ੁਕਰ ਹੈ। ਆਓ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਚਨਹਾਰ ਜਗਤ ਗੁਰੂ
ਧਰਨ ਗਗਨ ਨਭ ਖੰਡ ਮੈਂ ਜੋਤ ਸਵਰੂਪੀ ਰਹੋ ਭਾਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਾਰ। ਐਸੇ ਦੀਨ ਦਿਆਲ ਸਤਿਗੁਰੂ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਦੀਨ ਦਿਆਲ ਮਿਹਰਬਾਨ ਜਗਤ ਸਾਈਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਕਮਲਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੇ ਮਹੱਲਾ ਪੰਜਵਾ। ਹਰ ਬਿਸਰਤ ਸਦਾ ਖੁਆਰੇ। ਰਾਗ ਟੋਡੀ ਹੈ ਔਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ। ਜਦੋਂ ਵੀ ਕੋਈ ਵਸਤ ਆਪਣੇ ਮੂਲ ਤੋਂ ਟੁੱਟਦੀ ਹੈ ਤਾਂ ਮੂਲ ਤੋਂ ਟੁੱਟੀ ਹੋਈ ਉਹ ਕੋਈ ਵੀ ਵਸਤੂ ਹੋਵੇ ਸੰਸਾਰ ਵਿੱਚ ਬਹੁਤ ਲੰਮੇ ਸਮੇਂ ਤੱਕ ਭਟਕਦੀ ਰਹਿੰਦੀ ਹੈ। ਟਹਿਣੀ ਆਪਣੇ ਮੂਲ ਤੋਂ ਟੁੱਟ ਜਾਏ ਸੁੱਕ ਜਾਂਦੀ ਹੈ, ਸੜ ਜਾਂਦੀ ਹੈ। ਫੁੱਲ ਡਾਲੀ ਨਾਲੋਂ ਟੁੱਟ ਜਾਏ ਕੁਝ ਸਮੇਂ ਬਾਅਦ ਕੁਮਲਾ ਕੇ ਮੁਰਝਾ ਕੇ ਸੁੱਕ ਸੜ ਜਾਂਦਾ ਹੈ। ਉਫਾਨ ਵਿੱਚ ਆਈਆਂ ਨਦੀਆਂ ਤੋਂ ਜਿਹੜਾ ਪਾਣੀ ਬਾਹਰ ਟੋਇਆਂ ਦੇ ਵਿੱਚ ਇਕੱਠਾ ਹੋ ਕੇ ਆਪਣੇ ਮੂਲ ਤੋਂ ਟੁੱਟ ਜਾਂਦਾ, ਵਿਛੜ ਜਾਂਦਾ ਹੈ, ਉਹਦੇ ਵਿੱਚ ਵੀ ਸੜਾਨ ਮੱਛਰ ਤੇ ਕੀੜੇ ਪੈਦਾ ਹੋ ਜਾਂਦੇ ਹੈ। ਜਦੋਂ ਵੀ ਕੋਈ ਆਪਣੇ ਮੂਲ ਤੋਂ ਟੁੱਟਦਾ ਹੈ ਤਾਂ ਆਪਣੇ ਮੂਲ ਤੋਂ ਟੁੱਟੇ ਹੋਏ ਜੀਵ ਨੂੰ ਦੁੱਖਾਂ ਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ। ਸਤਿਗੁਰਾਂ ਨੇ ਆਪਣੀ ਅੰਮ੍ਰਿਤ ਬਾਣੀ ਦੁਆਰਾ ਸਾਨੂੰ ਆਪਣਾ ਮੂਲ ਚੇਤੇ ਕਰਾਇਆ ਜਿੱਥੋਂ ਅਸੀਂ ਵਿਛੜੇ ਹੋਏ ਹਾਂ, ਔਰ ਉਸ ਵਿਛੋੜੇ ਕਰਕੇ ਇਹ ਸਾਰੀ ਖੁਆਰੀ ਹੋ ਰਹੀ ਹੈ। ਡਾਕਟਰ ਭਾਈ ਵੀਰ ਸਿੰਘ ਜੀ ਨੇ ਕਾਲੇ ਰੰਗ ਦੇ ਕੌਲੇ ਤੋਂ ਇੱਕ ਉਦਾਹਰਣ ਸਾਨੂੰ ਸਾਰਿਆਂ ਵਾਸਤੇ ਪ੍ਰਗਟ ਕਰਕੇ ਦੱਸੀ ਹੈ। ਕਹਿੰਦੇ ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਬ ਚਾੜ ਰੰਗਣ ਪੀ ਧਰਿਆ, ਰੰਗ ਨਾ ਉਸ ਵਟਾਇਆ। ਕੋਲਾ ਕਹਿੰਦੇ ਵੇਖਿਆ ਵੀ ਤੂੰ ਕਾਲਾ ਹੈ, ਤੈਨੂੰ ਧੋ ਕੇ ਚਿੱਟਾ ਕੱਢਣ ਦਾ ਯਤਨ ਕਰੀਏ, ਤਾਂ ਕਹਿੰਦੇ ਸਾਬਣ ਨਾਲ ਧੋਇਆ ਪਰ ਉਹ ਚਿੱਟਾ ਨਹੀਂ ਹੋਇਆ। ਕਹਿੰਦੇ ਦੁੱਧ ਤੇ ਦਹੀਂ ਚਿੱਟਾ ਹੁੰਦਾ, ਉਹਦੇ ਚ ਕੋਲਾ ਪਾ ਦਈਏ ਸ਼ਾਇਦ ਚਿੱਟਾ ਹੋ ਜਾਏ। ਦੁੱਧ ਤੇ ਦਹੀਂ ਵਿੱਚ ਪਾ ਕੇ ਵੀ ਉਹ ਕੋਲਾ ਕਾਲੇ ਦਾ ਕਾਲਾ ਰਿਹਾ। ਆਖਿਆ ਲਲਾਰੀ ਦੇ ਕੋਲ ਜਾ ਕੇ ਰੰਗੇ ਜਾਂਦੇ ਨੇ ਬਹੁਤ ਸਾਰੇ ਕੱਪੜੇ, ਉਹ ਰੰਗ ਚਾੜ ਦਿੰਦਾ ਜਿਹੜਾ ਵੀ ਉਹਨੇ ਚਾੜਨਾ ਹੁੰਦਾ ਹੈ। ਲਲਾਰੀ ਨੂੰ ਦਿੱਤਾ, ਉਹਨੇ ਖੁੰਬ ਚਾੜ ਕੇ ਰੰਗਿਆ, ਪਰ ਫਿਰ ਵੀ ਉਸ ਕੋਲੇ ਦਾ ਰੰਗ ਨਹੀਂ ਵੱਟਿਆ, ਉਹ ਫਿਰ ਕਾਲੇ ਦਾ ਕਾਲਾ। ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਬ ਚਾੜ ਰੰਗਣ ਪੀ ਧਰਿਆ, ਰੰਗ ਨਾ ਉਸ ਵਟਾਇਆ। ਆਖਿਆ ਕਾਰਨ ਲੱਭੀਏ ਵੀ ਇਹ ਕਾਲਾ ਹੋਇਆ ਕਿਉਂ ਹੈ, ਇਹਦੇ ਕਾਲੇ ਹੋਣ ਦਾ ਕਾਰਨ ਕੀ ਹੈ। ਤਾਂ ਕਾਰਨ ਪਤਾ ਲੱਗਾ, ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆਨੀ ਲੈਂਦੀ, ਦੇਖੋ ਅੰਗ ਅੱਗ ਦੇ ਲਾ ਕੇ ਚੜ੍ਹਦਾ ਰੂਪ ਸਵਾਇਆ। ਕਹਿੰਦੇ ਕੋਲਾ ਆਪਣੇ ਮੂਲ ਤੋਂ ਅੱਗ ਤੋਂ ਵਿਛੜਿਆ ਹੋਇਆ, ਇਸ ਕਰਕੇ ਕਾਲਾ ਹੋਇਆ। ਕਹਿੰਦੇ ਜਦੋਂ ਇਹਨੂੰ ਇਹਦੇ ਮੂਲ ਵਿੱਚ ਅਗਨੀ ਵਿੱਚ ਪਾਇਆ ਤਾਂ ਇਹੀ ਕਾਲੇ ਰੰਗ ਦਾ ਕੋਲਾ ਲਾਲ ਸੁਰਖ ਹੋ ਗਿਆ, ਜਿਹੜਾ ਸਾਬਣ ਲਾ ਕੇ ਨਹੀਂ ਰੰਗ ਬਦਲਿਆ, ਖੁੰਬ ਚਾੜ ਕੇ ਰੰਗ ਕੇ ਵੀ ਨਹੀਂ ਬਦਲਿਆ। ਜਦੋਂ ਉਹਦੇ ਮੂਲ ਨਾਲ ਜੋੜਿਆ ਤੇ ਉਸੇ ਵੇਲੇ ਲਾਲ ਸੁਰਖ ਹੋ ਗਿਆ, ਕਾਲੇ ਤੋਂ ਲਾਲ ਹੋ ਗਿਆ। ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ, ਦੇਖੋ ਅੰਗ ਅੱਗ ਦੇ ਲਾ ਕੇ ਚੜ੍ਹਦਾ ਰੂਪ ਸਵਾਇਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇਹ ਉਦਾਹਰਣ ਦੇ ਕੇ ਸਮਝਾਉਂਦੇ ਆ ਕਿ ਜਿਹੜੇ ਆਪਣੇ ਮੂਲ ਤੋਂ ਵਿਛੜੇ ਹੋਏ ਨੇ
ਉਹ ਵਿਛੜੇ ਹੋਏ ਦਰ-ਬਦਰ ਭਟਕਦੇ ਨੇ, ਦਰ-ਬਦਰ ਚੋਟਾਂ ਖਾਂਦੇ ਨੇ, 84 ਲੱਖ ਜੂਨੀਆਂ ਦੇ ਗੇੜੇ ਵਿੱਚ ਭਟਕਦੇ ਤੇ ਭਰਮਦੇ ਨੇ। ਤੋ ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਫਰਮਾਉਂਦੇ ਹਨ, ਹਰ ਬਿਸਰਤ ਸਦਾ ਖੁਆਰੀ। ਜਦੋਂ ਹਰੀ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਮਨੁੱਖ ਦੇ ਹਿਰਦੇ 'ਚੋਂ ਵਿਸਰਦਾ ਹੈ ਤਾਂ ਪਰਮੇਸ਼ਰ ਨੂੰ ਵਿਸਾਰ ਕੇ ਨੂੰ ਸਦਾ ਲਈ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ। ਇਹ ਜਨਮ ਮਰਨ ਦੇ ਚੱਕਰਾਂ ਵਿੱਚ ਭਟਕਦਾ ਤੇ ਭਰਮਦਾ ਹੈ। ਵਿਛੋੜਾ ਦੁੱਖ ਹੈ ਔਰ ਇਹ ਬੜਾ ਭਿਆਨਕ ਹੈ। ਇਹਨੂੰ ਬਰਦਾਸ਼ਤ ਕਰਨਾ ਔਖਾ ਹੈ। ਇਤਨਾ ਕਠਨ ਕਿ 100 ਬਿੱਛੂ ਇੱਕੋ ਵਾਰੀ ਲਗਾਤਾਰ ਸਰੀਰ ਤੇ ਇਕੱਠੇ ਡੰਗ ਮਾਰ ਦੇਣ, ਜਿਤਨੀ ਭਿਆਨਕ ਪੀੜਾ ਪ੍ਰਮਾਤਮਾ ਦੇ ਵਿਛੋੜੇ ਦਾ ਇੱਕ ਪਲ ਇਤਨਾ ਦੁਖਦਾਈ ਹੈ। 100 ਫੱਟ ਤਲਵਾਰਾਂ ਦੇ ਇੱਕੋ ਵੇਰੀ ਸਰੀਰ ਤੇ ਮਾਰ ਦਿੱਤੇ ਜਾਣ ਤੇ ਜਿਤਨੀ ਪੀੜਾ ਵਿਆਪਦੀ ਆ, ਪਾਰ ਬ੍ਰਹਮ ਪਰਮੇਸ਼ਰ ਦਾ ਵਿਛੋੜਾ ਇੱਕ ਪਲ ਜਿਤਨਾ ਸਮਾਂ ਜਿਹੜਾ ਵਿਛੋੜੇ ਦਾ ਇਤਨਾ ਦੁਖਦਾਈ ਹੈ। ਤੋ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਦੋਂ ਵਿਸਰਦਾ ਹੈ ਤੇ ਹਰੀ ਦੇ ਵਿਸਰਦਿਆਂ ਇਸ ਜੀਵ ਨੂੰ ਸਦਾ ਲਈ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਜੀਵ ਜਨਮ ਮਰਨ ਦੇ ਚੱਕਰਾਂ ਵਿੱਚ ਭਟਕਦਾ ਤੇ ਭਰਮਦਾ ਹੈ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਬੇਨਤੀ ਕਰਨ ਵਾਸਤੇ ਕਿਹਾ, ਐ ਗੁਰੂ ਕੇ ਲਾਲੋ ਗੁਰੂ ਕੇ ਸਿੱਖੋ, ਆਪਣੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਕੇ ਕਹੋ, ਸਾਹਿਬ ਜੀ ਕਿਰਪਾ ਕਰੋ ਸਾਡੇ ਹਿਰਦੇ 'ਚੋਂ ਨਾ ਵਿਸਰੋ। ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਸੰਪਰਦਾ ਦੇ ਬਾਨੀ ਮਹਾਂਪੁਰਸ਼ੇ ਕਿਹਾ ਕਰਦੇ ਸਨ, ਕਹਿੰਦੇ ਜਦੋਂ ਵੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਨਮੁਖ ਹੱਥ ਜੋੜ ਕੇ ਆਉਂਦੇ ਹੋ, ਉਦੋਂ ਇਹ ਬੇਨਤੀ ਕਰਿਆ ਕਰੋ, ਨਾ ਭੁੱਲੀ ਨਾ ਭੁਲਾਈ, ਨਾ ਵਿਸਰੀ ਨਾ ਵਿਸਾਰੀ। ਨਾ ਭੁੱਲੀ ਨਾ ਭੁਲਾਈ ਤੇ ਨਾ ਵਿਸਰੀ ਤੇ ਨਾ ਵਿਸਾਰੀ। ਇਹ ਮਹਾਂਪੁਰਸ਼ ਸਾਨੂੰ ਜੁਗਤੀ ਦੱਸਦੇ ਆ। ਗੁਰਬਾਣੀ ਵਿੱਚ ਸਤਿਗੁਰਾਂ ਨੇ ਇਹ ਬੇਨਤੀ ਕਰਦਿਆਂ ਕਿਹਾ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮਹਾਰਾਜ ਸਾਡੇ ਹਿਰਦੇ 'ਚੋਂ ਨਾ ਵਿਸਰੋ। ਮਹਾਰਾਜ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਦੋਂ ਮਹਾਰਾਜ ਜੀ ਤੁਸੀਂ ਵਿਸਰਦੇ ਹੋ ਤਾਂ ਸਾਰੀ ਦੁਨੀਆ ਦੁਸ਼ਮਣ ਬਣ ਖਲੋਂਦੀ ਹੈ। ਤੁਸੀਂ ਵਿਸਰਦੇ ਹੋ ਤਾਂ ਵਿਕਾਰ ਆ ਕੇ ਹਿਰਦੇ ਤੇ ਭਾਰੂ ਪੈ ਜਾਂਦੇ ਹਨ। ਮਹਾਰਾਜ ਤਰਸ ਕਰੋ, ਸਾਡੇ ਹਿਰਦੇ 'ਚੋਂ ਨਾ ਵਿਸਰੋ। ਮਹਾਰਾਜ ਹਮੇਸ਼ਾ ਤੁਹਾਡੀ ਸਿਮਰਤੀ, ਤੁਹਾਡਾ ਸਿਮਰਨ, ਤੁਹਾਡਾ ਚੇਤਾ ਸਾਡੇ ਸਾਰਿਆਂ ਦੀ ਸੁਰਤ ਵਿੱਚ ਬਣਿਆ ਰਹੇ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਸਾਡੀ ਸੁਰਤ ਵਿੱਚ ਮਹਾਰਾਜ ਤੁਹਾਡਾ ਹੀ ਚਿੰਤਨ ਚੱਲਦਾ ਰਹੇ। ਹੇ ਗੁਰੂ ਨਾਨਕ ਸਾਹਿਬ, ਹੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਹੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀਓ, ਸਾਡੀ ਸੁਰਤੀ 'ਚ ਤੁਸੀਂ ਕਦੇ ਵੀ ਨਾ ਵਿਸਰੋ। ਮਹਾਰਾਜ ਜਦੋਂ ਪਰਮੇਸ਼ਰ ਭੁੱਲਦਾ ਹੈ, ਅਕਾਲ ਪੁਰਖ ਵਿਸਰਦਾ ਹੈ, ਉਦੋਂ ਹੀ ਸਾਰੇ ਵਿਕਾਰ ਆ ਕੇ ਹਾਵੀ ਹੁੰਦੇ ਆ ਹਿਰਦੇ ਵਿੱਚ। ਕਦੇ ਕਾਮ ਆ ਕੇ ਘੇਰ ਲੈਂਦਾ, ਕਦੇ ਕ੍ਰੋਧ, ਕਦੇ ਈਰਖਾ, ਕਦੇ ਦਵੈਸ਼। ਜੇ ਪਾਰ ਬ੍ਰਹਮ ਪਰਮੇਸ਼ਰ ਚੇਤੇ ਹੋਵੇ ਤੇ ਇਹਨਾਂ ਵਿਕਾਰਾਂ ਨੂੰ ਮਨ ਦੇ ਉੱਤੇ ਇਹ ਹਾਵੀ ਨਹੀਂ ਹੋ ਸਕਦੇ। ਤੋ ਜਦੋਂ ਇਹ ਹਾਵੀ ਹੁੰਦੇ ਆ ਵਿਕਾਰ, ਫਿਰ ਉਦੋਂ ਖੁਆਰੀ ਹੁੰਦੀ ਹੈ। ਹਰ ਬਿਸਰਤ ਸਦਾ ਖੁਆਰੀ। ਜਦੋਂ ਹਰੀ ਵਿਸਰਦਾ ਹੈ ਤਾਂ ਜੀਵ ਨੂੰ ਸਦਾ ਲਈ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ। ਇਹ ਜਨਮ ਮਰਨ ਦੇ ਚੱਕਰਾਂ ਵਿੱਚ ਭਟਕਦਾ ਤੇ ਭਰਮਦਾ ਹੈ। ਤਾ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਮਹਾਰਾਜ ਜੀ ਜਿਨ੍ਹਾਂ ਨੂੰ ਤੁਹਾਡੀ ਓਟ ਹੈ, ਜਿਨ੍ਹਾਂ ਨੂੰ ਤੁਹਾਡਾ ਆਸਰਾ ਹੈ, ਜਿਹੜੇ ਤੁਹਾਡੇ ਪਰਣੇ ਵਿੱਚ ਨੇ, ਉਹਨਾਂ ਨੂੰ ਮਹਾਰਾਜ ਜੀ ਕਦੇ ਕਿਸੇ ਪ੍ਰਕਾਰ ਦਾ ਧੋਖਾ ਨਹੀਂ ਵਿਆਪਦਾ। ਧੋਖਾ ਹੀ ਹੈ ਨਾ, ਇਹ ਮਾਇਆ ਵੀ ਧੋਖਾ ਹੈ, ਪਦਾਰਥਾਂ ਦਾ ਮੋਹ ਵੀ ਧੋਖਾ ਹੈ। ਇਸ ਧੋਖੇ ਕਰਕੇ ਸੰਸਾਰ ਦਾ ਹਰ ਪ੍ਰਾਣੀ ਧੋਖਾਗ੍ਰਸਤ ਹੁੰਦਾ ਹੈ, ਧੋਖੇ ਵਿੱਚ ਆਉਂਦਾ ਹੈ। ਮਹਾਰਾਜ ਜਿਹੜੇ ਤੁਹਾਡੀ ਓਟ ਵਿੱਚ ਨੇ, ਤੁਹਾਡੇ ਆਸਰੇ ਵਿੱਚ ਨੇ, ਉਹਨਾਂ ਨੂੰ ਕਦੇ ਧੋਖਾ ਨਹੀਂ ਵਿਆਪਦਾ। ਕਲਗੀਧਰ ਦੇ ਪੰਥ ਦੇ ਵਾਲੀ ਸਤਿਗੁਰਾਂ ਦੇ ਜੀਵਨ ਦੀ ਇੱਕ ਗਾਥਾ ਹੈ। ਗੜਵਾਲ ਰਿਆਸਤ, ਜਿਸ ਦੀ ਰਾਜਧਾਨੀ ਆ ਸ਼੍ਰੀਨਗਰ, ਸ੍ਰੀ ਹੇਮਕੁੰਡ ਸਾਹਿਬ ਨੂੰ ਜਾਂਦਿਆਂ ਰਸਤੇ ਵਿੱਚ ਪ੍ਰਸਿੱਧ ਨਗਰ ਹੈ ਸ਼੍ਰੀਨਗਰ। ਇੱਥੋਂ ਦਾ ਰਾਜਾ ਸੀ ਰਾਜਾ ਫਤਿਹ ਸ਼ਾਹ। ਸਤਿਗੁਰੂ
ਕਲਗੀਧਰ ਪਾਤਸ਼ਾਹ ਦਾ ਸ਼ਰਧਾਲੂ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੱਦਾ ਭੇਜਿਆ, ਨਿਉਂਦਾ ਭੇਜਿਆ, ਮਹਾਰਾਜ ਮੇਰੀ ਧੀ ਦੀ ਸ਼ਾਦੀ ਆਪ ਜੀ ਕਿਰਪਾ ਕਰਕੇ ਚਰਨ ਪਾਓ। ਤਾਂ ਕਲਗੀਧਰ ਪਾਤਸ਼ਾਹ ਜਾਣਦੇ ਸਨ ਕਿ ਰਾਜੇ ਭੀਮ ਚੰਦ ਦੇ ਪੁੱਤਰ ਨਾਲ ਸ਼ਾਦੀ ਹੋਣੀ ਹੈ। ਵਿਵਾਦ ਰਾਜੇ ਭੀਮ ਚੰਦ ਦਾ ਸਾਡੇ ਨਾਲ ਚੱਲ ਰਿਹਾ ਹੈ। ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪਣੇ ਦਰ ਘਰ ਦੇ ਦੀਵਾਨ ਭਾਈ ਨੰਦ ਚੰਦ ਜੀ ਨੂੰ ਔਰ ਆਪਣੇ ਦਰ ਘਰ ਦੇ ਕੁਝ ਸੇਵਕਾਂ ਨੂੰ ਭੇਜਿਆ ਕਿ ਤੁਸੀਂ ਇਹ 1.25 ਲੱਖ ਰੁਪਏ ਦਾ ਤੰਬੋਲ ਰਾਜੇ ਫਤਿਹ ਸ਼ਾਹ ਦੀ ਲੜਕੀ ਵਾਸਤੇ ਲੈ ਕੇ ਜਾਓ, ਸਾਡੇ ਵੱਲੋਂ ਸ਼ਗਨ ਪਾ ਦੇਣਾ। 1.25 ਲੱਖ ਦੇ ਤੰਬੋਲ ਵਿੱਚ ਸੋਨੇ ਤੇ ਚਾਂਦੀ ਦੇ ਬਰਤਨ ਨੇ, ਬੜੀਆਂ ਬੜੀਆਂ ਕੀਮਤੀ ਵਸਤੂਆਂ ਤੇ ਆਭੂਸ਼ਣ ਨੇ, ਵਸਤਰ ਨੇ। ਰਾਜਾ ਭੀਮ ਚੰਦ ਜੋ ਸਤਿਗੁਰਾਂ ਦਾ ਵਿਰੋਧੀ ਬਣਿਆ ਹੋਇਆ ਸੀ, ਕਲਗੀਧਰ ਪਾਤਸ਼ਾਹ ਜੀ ਨੇ ਪਹਿਲਾਂ ਹੀ ਕਹਿ ਭੇਜਿਆ ਸੀ, ਨੰਦ ਚੰਦ ਜੀ ਖਿਆਲ ਰੱਖਿਓ, ਵਿਸ਼ਵਾਸ ਨਾ ਕਰਿਓ, ਤੁਹਾਡੇ ਨਾਲ ਧੋਖਾ ਕਰਨਗੇ, ਹਮਲਾ ਕਰ ਸਕਦੇ ਹੈ। ਤੁਸੀਂ ਆਪਣਾ ਡੇਰਾ ਜਿਹੜਾ ਸ੍ਰੀ ਪੌਂਟਾ ਸਾਹਿਬ ਨੂੰ ਰਸਤਾ ਆਉਂਦਾ ਉਸ ਰਸਤੇ ਤੇ ਹੀ ਰੱਖਿਓ, ਉਹ ਤੁਹਾਡੇ ਤੇ ਹਮਲਾ ਕਰ ਸਕਦੇ ਹਨ। ਕਲਗੀਧਰ ਪਾਤਸ਼ਾਹ ਦਾ ਆਸਰਾ ਲੈ ਕੇ ਭਾਈ ਨੰਦ ਚੰਦ ਜੀ ਹੋਣੀ ਫੌਜਾਂ ਸਮੇਤ ਤਕਰੀਬਨ 500 ਸਿੱਖਾਂ ਦਾ ਜਥਾ ਲੈ ਕੇ ਪਹੁੰਚੇ। ਤੰਬੋਲ ਜਿਸ ਵੇਲੇ ਰੱਖਿਆ ਗਿਆ ਤਾਂ ਉਸ ਵੇਲੇ ਸਾਰੇ ਰਾਜਿਆਂ ਦਾ ਜ਼ਿਕਰ ਕੀਤਾ ਗਿਆ, ਫਲਾਣੇ ਰਾਜੇ ਵੱਲੋਂ ਸ਼ਗਨ ਹੈ, ਫਲਾਣੇ ਵੱਲੋਂ ਹੈ। ਕਿਸੇ ਵੀ ਰਾਜੇ ਦਾ ਤੰਬੋਲ ਇਤਨਾ ਕੀਮਤੀ ਨਹੀਂ ਸੀ। ਜਦੋਂ ਕਲਗੀਧਰ ਪਾਤਸ਼ਾਹ ਵੱਲੋਂ ਦਿੱਤਾ ਤੰਬੋਲ ਰੱਖਿਆ ਗਿਆ ਤਾਂ ਉਸ ਵੇਲੇ ਕਿਹਾ, ਇਹ ਤੰਬੋਲ ਜਿਸ ਦੀ ਲਾਗਤ 1.25 ਲੱਖ ਰੁਪਏ ਦੀ ਹੈ, ਸਾਹਿਬੇ ਕਬਾਲ ਵਾਲੀਏ ਦੋ ਜਹਾਨ ਸਰਬੰਸ ਦਾਨੀ ਜਗਤ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਹੈ। ਤਾਂ ਰਾਜੇ ਭੀਮ ਚੰਦ ਦੀ ਈਰਖਾ ਦੇ ਨਾਲ ਹਿਰਦੇ ਦੀ ਛਾਤੀ ਦਗਣ ਲੱਗੀ, ਸੜਨ ਲੱਗੀ। ਕਹਿੰਦਾ ਮੇਰੇ ਦੁਸ਼ਮਣ ਦੀ ਸੋਭਾ ਮੇਰੇ ਸਾਹਮਣੇ। ਭਾਈ ਨੰਦ ਚੰਦ ਹੋਣਾ ਨੇ ਸਤਿਗੁਰਾਂ ਦਾ ਆਸਰਾ ਲੈ ਕੇ ਪਹਿਲਾਂ ਹੀ ਬਾਹਰਲੇ ਪਾਸੇ ਬਾਗ ਦੇ ਵਿੱਚ ਉਤਾਰਾ ਕੀਤਾ ਹੋਇਆ ਸੀ। ਵੇਖਿਆ ਇਹਨਾਂ ਦੀਆਂ ਅੱਖਾਂ ਬਦਲ ਗਈਆਂ ਨੇ, ਇਹ ਹੁਣ ਤਿਆਰੀ ਵਿੱਚ ਨੇ। ਇਸ਼ਾਰਾ ਕੀਤਾ, ਤੰਬੋਲ ਫਿਰ ਇੱਥੇ ਕਿਉਂ ਦੇਣਾ, ਚੁੱਕੋ ਆਪਣਾ ਤੰਬੋਲ। ਸਾਰਾ ਰਾਗ ਸਾਜ ਚੁੱਕ ਕੇ ਆ ਕੇ ਬਾਹਰ, ਵਾੜ ਪਹਿਲਾਂ ਹੀ ਕੀਤੀ ਹੋਈ ਸੀ ਆਲੇ ਦੁਆਲੇ, ਜੇ ਇੱਥੇ ਘਿਰ ਗਏ ਤਾਂ ਵਾੜ ਦੇ ਵਿੱਚ ਅਸੀਂ ਮੁਕਾਬਲਾ ਕਰ ਸਕੀਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦਾ ਆਸਰਾ ਤੱਕਿਆ ਸੀ, ਇਹ ਪਹਾੜੀਏ ਧੋਖਾ ਨਾ ਦੇ ਸਕੇ ਸਿੱਖਾਂ ਨੂੰ। ਉਸ ਘਾਟੇ ਦੇ ਵਿੱਚੋਂ ਜਿੱਥੇ ਆ ਕੇ ਇਹਨਾਂ ਨੇ ਰਾਹ ਰੋਕਿਆ ਸੀ ਖਾਲਸੇ ਦਾ ਸਿੰਘ, ਬਿਨਾਂ ਕਿਸੇ ਪ੍ਰਕਾਰ ਦੇ ਨੁਕਸਾਨ ਹੋਇਆ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਵਾਪਸ ਸ੍ਰੀ ਪੌਂਟਾ ਸਾਹਿਬ ਪਹੁੰਚ ਗਏ। ਉਹਨਾਂ ਨੂੰ ਕਦੇ ਕੋਈ ਧੋਖਾ ਨਹੀਂ ਵਿਆਪਦਾ ਜਿਹੜੇ ਆਪਣੇ ਮਾਲਕ ਦੀ ਓਟ ਰੱਖਦੇ ਨੇ। ਜੇ ਸਤਿਗੁਰਾਂ ਦੀ ਓਟ ਆਸਰਾ ਨਾ ਲੈਂਦੇ ਤਾਂ ਖਬਰੇ ਕਿਆ ਹੋ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਓਟ ਤੱਕਣ ਵਾਲਿਆਂ ਨੂੰ ਕਦੇ ਵੀ ਕਿਸੇ ਪ੍ਰਕਾਰ ਦਾ ਧੋਖਾ ਨਹੀਂ ਵਿਆਪਦਾ। ਸਤਿਗੁਰੂ ਜੀ ਉਹਨਾਂ ਤੇ ਸਦਾ ਹੀ ਮਿਹਰ ਭਰਿਆ ਹੱਥ ਰੱਖਦੇ ਆ। ਮੇਰੇ ਪਰਣੇ 'ਚ ਨੇ, ਇਹ ਮੇਰੇ ਅਧੀਨ ਨੇ, ਇਹਨਾਂ ਮੇਰਾ ਆਸਰਾ ਤੱਕਿਆ, ਮੈਂ ਇਹਨਾਂ ਨੂੰ ਕਿਸੇ ਪ੍ਰਕਾਰ ਦੇ ਧੋਖੇ ਵਿੱਚ ਨਹੀਂ ਆਉਣ ਦੇਣਾ। ਨਾ ਉਹ ਮਰਦੇ ਨੇ, ਨਾ ਉਹ ਠੱਗੇ ਜਾਂਦੇ ਨੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਆਸਰਾ ਹੈ। ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਜਿਹੜਾ ਇਹ ਜੀਵਨ ਬੀਤ ਰਿਹਾ, ਇਦਾਂ ਬੀਤ ਰਿਹਾ ਜਿਵੇਂ ਕਿਸੇ ਸੱਪ ਦੀ ਉਮਰ ਬੀਤਦੀ ਹੋਵੇ। ਬਿਨ ਸਿਮਰਨ ਜੋ ਜੀਵਨ ਬਲਨਾ, ਬਿਨਾਂ ਸਿਮਰਨ ਤੋਂ ਜਿਹੜਾ ਇਹ ਜੀਵਨ ਬਲਨਾ ਮਕਈਏ ਬੀਤ ਰਿਹਾ, ਬਤੀਤ ਹੋ ਰਿਹਾ। ਇਸ ਤਰ੍ਹਾਂ ਹੀ ਹੈ ਨਾ, ਜਿਵੇਂ ਸੱਪ ਦੀ ਉਮਰ ਹੁੰਦੀ। ਸੱਪ ਦੀ ਉਮਰ ਜਿਵੇਂ ਜਿਵੇਂ ਬੀਤੇ ਉਹਦੇ ਅੰਦਰ ਵਿਉ ਵੱਧਦੀ। ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਜਿਉਂ-ਜਿਉਂ ਜ਼ਿੰਦਗੀ ਬੀਤਦੀ ਹੈ, ਇਹ ਬਜ਼ੁਰਗੀ ਵਾਲੇ ਪਾਸੇ ਵੱਧਦਾ, ਤਿਵੇਂ ਤਿਵੇਂ ਦੇ ਹਿਰਦੇ 'ਚ ਵੀ ਵਿਸ਼ੇ ਵਿਕਾਰਾਂ ਦੀ ਵਿਉ ਜਿਹੜੀ ਹੈ, ਜ਼ਹਿਰ ਹੈ, ਉਹ ਵੱਧਦਾ ਚੱਲਿਆ ਜਾਂਦਾ। ਜੇ ਸਿਮਰਨ ਵੀ ਹੋਣਾ, ਜੇ ਪਰਮੇਸ਼ਰ ਦੀ ਬੰਦਗੀ ਤੋਂ ਵੀ ਹੋਣਾ, ਤਾਂ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਜਿਹੜਾ ਇਹ ਜੀਵਨ ਬੀਤਣਾ ਹੈ, ਉਹ ਇਸੇ ਤਰ੍ਹਾਂ ਹੈ ਜੈਸੇ ਕਿਸੇ ਸੱਪ ਦੀ ਉਮਰ ਬੀਤਦੀ ਹੈ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ। ਇਹ ਧਰਤੀ 9 ਖੰਡ ਹਿੱਸੇ ਹੈ।
ਕਹਿੰਦੇ 9 ਖੰਡਾਂ ਵਿੱਚ ਵੰਡੀ ਹੋਈ ਇਸ ਧਰਤੀ ਦੇ ਉੱਤੇ ਕੋਈ ਰਾਜ ਕਮਾ ਕੇ ਇਹਦਾ ਬਾਦਸ਼ਾਹ ਬਣ ਜਾਏ ਔਰ ਇਹਦੇ ਤੇ ਆਪਣਾ ਰਾਜ ਕਮਾਵੇ, ਆਪਣਾ ਹੁਕਮ ਚਲਾਵੇ, ਪਰ ਅੰਤ ਨੂੰ ਉਹਨੂੰ ਸਭ ਕੁਝ ਹਾਰ ਕੇ ਚੱਲਣਾ ਪੈਂਦਾ ਹੈ। ਐਸਾ ਤਾਂ ਨਹੀਂ ਵੀ 9 ਖੰਡਾਂ ਵਿੱਚ ਰਾਜ ਕਮਾਇਆ ਹੈ ਤੇ ਇਹਦੇ ਵਿੱਚੋਂ ਉਹਨੇ ਕੁਝ ਨਾਲ ਲੈ ਕੇ ਜਾਣਾ ਹੈ। ਅੰਤ ਨੂੰ ਸਭ ਕੁਝ ਹਾਰ ਕੇ, ਇੱਥੋਂ ਤੱਕ ਕਿ ਜਿਹੜਾ ਸਰੀਰ ਇਹਦੇ ਨਾਲ ਜੰਮਿਆ ਸੀ, ਸਾਰੀ ਜ਼ਿੰਦਗੀ ਇਹਦੇ ਨਾਲ ਰਿਹਾ, ਇਹਨੂੰ ਵੀ ਅਖੀਰ ਨੂੰ ਹਾਰ ਕੇ ਸਰੀਰ ਸੰਸਾਰ ਵਿੱਚ ਛੱਡ ਕੇ ਇਹਨੂੰ ਜਾਣਾ ਪੈਂਦਾ। ਇਹੀ ਵਿਧੀ ਦਾ ਵਿਧਾਨ ਹੈ। ਗੁਣ ਨਿਧਾਨ ਗੁਣ ਤਿਨਹਿ ਗਾਏ, ਜਾ ਕੋ ਕਿਰਪਾ ਧਾਰੀ। ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ, ਗੁਣ ਨਿਧਾਨ। ਨਿਰੰਕਾਰ ਗੁਣਾਂ ਦਾ ਨਿਧਾਨ ਕਹੀਏ, ਖਜ਼ਾਨਾ ਹੈ। ਉਹਦੇ ਗੁਣ ਤਿਨਾਂ ਨੇ ਗਾਏ ਨੇ ਜਿਨ੍ਹਾਂ ਤੇ ਉਸਨੇ ਆਪਣੀ ਕਿਰਪਾ ਧਾਰੀ ਹੈ। ਗੁਣ ਨਿਧਾਨ ਗੁਣ ਤਿਨਹਿ ਗਾਏ, ਗੁਣਾਂ ਦੇ ਖਜ਼ਾਨੇ ਮਾਲਕ ਦੇ ਗੁਣ ਤਿਨਾਂ ਨੇ ਗਾਏ ਨੇ। ਕਿਹਨਾਂ ਨੇ? ਜਾ ਕੋ ਕਿਰਪਾ ਧਾਰੀ, ਜਾ ਕੋ ਕਿਰਪਾ ਧਾਰੀ, ਜਾ ਕੋ ਕਿਰਪਾ ਧਾਰੀ, ਜਾ ਕੋ ਕਿਰਪਾ ਧਾਰੀ। ਜਾ ਕੋ ਕਿਰਪਾ ਧਾਰੀ, ਜਾ ਕੋ ਕਿਰਪਾ ਧਾਰੀ, ਜਾ ਕੋ ਕਿਰਪਾ ਧਾਰੀ, ਜਾ ਕੋ ਕਿਰਪਾ ਧਾਰੀ। ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ। ਨਿਰੰਕਾਰ ਦੇ ਵਿੱਚ ਸਾਰੇ ਗੁਣ ਨੇ। ਉਸ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਗੁਣ ਤਿਨਾਂ ਨੇ ਗਾਏ ਨੇ ਜਿਨ੍ਹਾਂ ਤੇ ਉਹਨੇ ਆਪਣੀ ਕਿਰਪਾ ਕੀਤੀ ਹੈ। ਜਿਨ੍ਹਾਂ ਕੋਲੋਂ ਗਵਾਉਂਦਾ ਹੈ ਨਾ ਆਪਣੇ ਗੁਣ, ਉਹੀ ਉਹਦੇ ਗੁਣ ਗਾਉਂਦੇ ਆ। ਆਪਣੀ ਤਾਕਤ ਨਾਲ ਨਹੀਂ ਕੋਈ ਗਾ ਸਕਿਆ। ਹਾਂਜੀ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਕਹਿੰਦੇ ਉਹ ਸੁਖੀ ਹੈ ਔਰ ਉਸ ਦਾ ਜਨਮ ਧਨ ਹੈ। ਜਿਹੜਾ ਵਾਹਿਗੁਰੂ ਦੇ ਗੁਣ ਗਾਉਂਦਾ ਉਹ ਸੁਖੀ ਹੈ ਔਰ ਉਸ ਦਾ ਜਨਮ ਧਨ ਹੈ। ਔਰ ਪਾਤਸ਼ਾਹ ਕਹਿੰਦੇ ਮੈਂ ਉਹਦੇ ਤੋਂ ਬਲਿਹਾਰ ਜਾਂਦਾ ਹਾਂ, ਉਸ ਤੋਂ ਵਾਰੇ-ਵਾਰੇ ਜਾਂਦਾ ਹਾਂ, ਉਸ ਤੋਂ ਕੁਰਬਾਨ ਜਾਂਦਾ ਹਾਂ, ਜੋ ਵਾਹਿਗੁਰੂ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਗਾਇਨ ਕਰਦਾ ਹੈ।